ਬਾਬੇ ਨਾਨਕ ਦੀ ਮਹਿਮਾ ਸਾਰਾ ਸੰਸਾਰ ਗਾਉਂਦਾ ਹੈ, ਚਾਹੇ ਉਹ ਹਿੰਦੂ, ਮੁਸਲਮਾਨ, ਸਿੱਖ, ਈਸਾਈ ਜਾਂ ਫਿਰ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। ਸਾਰੀ ਦੁਨੀਆ ਦਾ ਚੱਕਰ ਲਗਾ ਕੇ ਉਸ ਇੱਕ ਪਰਮਾਤਮਾ ਦਾ ਸੰਦੇਸ਼ ਸਾਰੀ ਸ੍ਰਿਸ਼ਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਦਿੱਤਾ। ਪਰ ਦੁਨੀਆ ਦੀ ਕੁਝ ਗਲਤੀਆਂ ਕਰਕੇ ਇਹ ਸੱਚ ਉਜਾਗਰ ਨਹੀਂ ਹੋ ਸਕਿਆ ਅਤੇ ਸਮੇਂ ਦੀਆਂ ਗਹਿਰਾਈਆਂ ਦੇ ਵਿੱਚ ਬਾਬੇ ਨਾਨਕ ਦੇ ਇਹ ਸੰਦੇਸ਼ ਦਫਨ ਹੋ ਕੇ ਰਹਿ ਗਏ। ਪ੍ਰੀਤਮ ਸਿੰਘ ਮੁੰਬਈ ਦੇ ਇੱਕ ਵੱਡੇ ਕਾਰੋਬਾਰੀ ਹਨ। ਉਹਨਾਂ ਦਾ ਕਾਰੋਬਾਰ ਕਾਫੀ ਪੁਰਾਣਾ ਤੇ ਵੱਡਾ ਹੈ। ਫਿਲਮ ਇੰਡਸਟਰੀ ਦੇ ਵਿੱਚ ਵੀ ਉਹ ਇਨਵੈਸਟ ਕਰਦੇ ਹਨ। ਇੱਕ ਗੁਰਸਿੱਖ ਪਰਿਵਾਰ ਹੈ ਅਤੇ ਨਾਮਬਾਣੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ। ਪ੍ਰੀਤਮ ਸਿੰਘ ਜੋ ਕਿ 46 ਸਾਲਾਂ ਦੇ ਹਨ, ਉਹਨਾਂ ਨੇ ਸਾਡੀ ਇੱਕ ਵੀਡੀਓ ਦੇਖੀ, ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਅਜਿਹਾ ਪੰਨਾ ਸਾਡੇ ਸਾਹਮਣੇ ਰੱਖਿਆ ਜਿਸ ਨੂੰ ਸੁਣ ਕੇ ਆਪਾਂ ਵੀ ਇੱਕ ਵਾਰ ਹਿੱਲ ਗਏ। ਤੇ ਜੋ ਸੱਚਾਈ ਸਾਡੇ, ਤੁਹਾਡੇ ਤੇ ਸਾਰੇ ਸੰਸਾਰ ਤੋਂ ਲੁਕੋਈ ਜਾ ਰਹੀ ਹੈ, ਉਹ ਕੋਈ ਛੋਟੀ-ਮੋਟੀ ਗੱਲ ਨਹੀਂ ਹੈ, ਸਗੋਂ ਸਾਡਾ ਵਜੂਦ ਮਿਟਾਉਣ ਦੀਆਂ ਹਰਕਤਾਂ ਹਨ। ਪ੍ਰੀਤਮ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਕਾਰੋਬਾਰ ਖੜਾ ਕੀਤਾ ਸੀ, ਪਰਿਵਾਰ ਸੈਟਲ ਹੋਇਆ ਅਤੇ ਇਹਨਾਂ ਸਭ ਦੇ ਵਿੱਚ ਸਾਡੀਆਂ ਸ਼ਾਮਾਂ ਅਧੂਰੀਆਂ ਹੀ ਛੁੱਟ ਗਈਆਂ। ਸੋ ਕੰਮ ਤੋਂ ਬ੍ਰੇਕ ਲੈ ਕੇ ਮੈਂ ਆਪਣੀ ਪਤਨੀ ਦੇ ਨਾਲ ਘੁੰਮਣ ਦੀ ਯੋਜਨਾ ਬਣਾਈ। ਮੈਨੂੰ ਬਾਈਕਿੰਗ ਦਾ ਬਹੁਤ ਸ਼ੌਂਕ ਸੀ ਤੇ ਮੇਰੀ ਪਤਨੀ ਨੂੰ ਟਰੈਵਲ ਕਰਨ ਦਾ, ਤੇ ਆਪਾਂ ਦੋਨਾਂ ਨੇ ਫੈਸਲਾ ਕੀਤਾ ਕਿ ਜਗ੍ਹਾ ਦੇ ਉੱਪਰ ਰੁਕਦੇ ਹੋਏ ਬਾਈਕ ਦੇ ਉੱਪਰ ਹੀ ਲੇਹ ਲਦਾਖ ਤੱਕ ਜਾਣਾ ਹੈ, ਉੱਥੇ ਦੀਆਂ ਵਾਦੀਆਂ ਦਾ ਆਨੰਦ ਲੈਣਾ ਹੈ। ਪਰ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਲਈ ਉੱਥੇ ਕੋਈ ਹੋਰ ਹੀ ਉਡੀਕ ਕਰ ਰਿਹਾ ਸੀ। 2011 ਦੇ ਵਿੱਚ ਮੁੰਬਈ ਤੋਂ ਨਿਕਲੇ ਤੇ ਜਗ੍ਹਾ ਤੇ ਰੁਕਦੇ ਹੋਏ ਭਾਰਤ ਘੁੰਮਦੇ ਹੋਏ ਆਪਾਂ ਲੇਹ ਲਦਾਖ ਦੀਆਂ ਹੱਦਾਂ ਤੱਕ ਪਹੁੰਚੇ। ਬਾਈਕ ਨੇ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕੀਤੀ ਤੇ ਸਾਡੀ ਸਿਹਤ ਵੀ ਠੀਕ ਰਹੀ। ਹੁਣ ਤੱਕ ਸਾਰਾ ਰਸਤਾ ਵਧੀਆ ਕੱਟ ਹੋਇਆ, ਪਰ ਲੇਹ ਦੇ ਵਿੱਚ ਦਾਖਲ ਹੁੰਦਿਆਂ ਹੀ ਬਾਈਕ ਦੇ ਵਿੱਚ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋਈ। ਆਪਾਂ ਇਗਨੋਰ ਕੀਤਾ, ਜੋ ਸਾਡੀ ਸਭ ਤੋਂ ਵੱਡੀ ਗਲਤੀ ਸੀ, ਤੇ ਵਿੱਚ ਰਸਤੇ ਦੇ ਹੀ ਬਾਈਕ ਬੰਦ ਪੈ ਗਈ। ਸਾਰਾ ਇਲਾਕਾ ਸੁੰਨ ਸੀ, ਪਹਾੜਾਂ ਤੇ ਪੱਥਰਾਂ ਦੇ ਨਾਲ ਭਰਿਆ ਹੋਇਆ ਸਾਰਾ ਇਲਾਕਾ, ਨਾ ਕੋਈ ਦੁਕਾਨ ਤੇ ਨਾ ਹੀ ਕੋਈ ਇਨਸਾਨ। ਸਾਨੂੰ ਇੰਜ ਲੱਗ ਰਿਹਾ ਸੀ ਕਿ ਸ਼ਾਇਦ ਆਪਾਂ ਕਿਤੇ ਗਲਤ ਰਸਤੇ ਦੇ ਉੱਤੇ ਪੈ ਗਏ ਹਾਂ। ਆਖਿਰ ਹਨੇਰਾ ਹੋਣ ਲੱਗਿਆ ਤਾਂ ਉੱਪਰੋਂ ਠੰਡ ਵੀ ਵੱਧ ਰਹੀ ਸੀ। ਔਰਤ ਨਾਲ ਸੀ, ਜਿਸ ਕਾਰਨ ਡਰ ਹੋਰ ਵੀ ਵੱਧ ਗਿਆ ਸੀ। ਇਹ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ ਕਿ ਜੇਕਰ ਇੱਥੇ ਕੋਈ ਵੀ ਮਰ ਗਿਆ ਤਾਂ ਸਾਡੀਆਂ ਲਾਸ਼ਾਂ ਤੱਕ ਕਿਸੇ ਨੂੰ ਨਹੀਂ ਮਿਲਣੀਆਂ। ਇਹ ਸੋਚ ਕੇ ਟੈਨਸ਼ਨ ਹੋ ਰਹੀ ਸੀ। ਤੇ ਫਿਰ ਆਪਾਂ ਇੱਕ ਵੱਡੇ ਪੱਥਰ ਦੀ ਓਟ ਲੈ ਕੇ ਉੱਥੇ ਹੀ ਰਾਤ ਕੱਢਣ ਦੀ ਸੋਚੀ ਕਿ ਸਵੇਰਾ ਹੋਣ ਤੇ ਹੀ ਇੱਥੋਂ ਨਿਕਲ ਪਾਵਾਂਗੇ, ਪਰ ਉੱਥੇ ਰਾਤ ਰੁਕਣਾ ਵੀ ਔਖਾ ਸੀ। ਆਖਿਰ ਕੁਝ ਸਮੇਂ ਬਾਅਦ ਸਾਨੂੰ ਕੁਝ ਆਵਾਜ਼ ਸੁਣਾਈ ਦਿੱਤੀ ਤੇ ਇੱਕ ਰੌਸ਼ਨੀ ਵੀ ਦਿਖਾਈ ਦਿੱਤੀ। ਜਦੋਂ ਗੌਰ ਦੇ ਨਾਲ ਦੇਖਿਆ ਤਾਂ ਇੱਕ ਲੇਹ ਲਦਾਖ ਦਾ ਨੌਜਵਾਨ ਆਪਣੀਆਂ ਕੁਝ ਭੇਡਾਂ ਦੇ ਨਾਲ ਉੱਥੋਂ ਗੁਜ਼ਰ ਰਿਹਾ ਸੀ ਤੇ ਉਹ ਸਾਨੂੰ ਦੇਖ ਕੇ ਰੁਕ ਗਿਆ। ਉਹ ਸਾਨੂੰ ਕੁਝ ਬੋਲ ਰਿਹਾ ਸੀ, ਪਰ ਸਾਨੂੰ ਕੁਝ ਸਮਝ ਨਾ ਲੱਗਿਆ। ਫਿਰ ਉਸ ਨੌਜਵਾਨ ਨੇ ਹਿੰਦੀ ਦੇ ਵਿੱਚ ਬੋਲ ਕੇ ਕਿਹਾ ਕਿ ਤੁਸੀਂ ਇੱਥੇ ਨਹੀਂ ਰੁਕ ਸਕਦੇ, ਮੇਰੇ ਨਾਲ ਚੱਲੋ। ਆਪਾਂ ਤਾਂ ਪਹਿਲਾਂ ਡਰ ਗਏ, ਪਰ ਇੱਕ ਵਿਸ਼ਵਾਸ ਦੇ ਨਾਲ ਆਪਾਂ ਉਸ ਦੇ ਨਾਲ ਚੱਲ ਪਏ ਤੇ ਉਸਨੇ ਬਾਈਕ ਵੀ ਨਾਲ ਹੀ ਲੈ ਕੇ ਜਾਣ ਦੇ ਲਈ ਕਿਹਾ। 15 ਕੁ ਮਿੰਟ ਦੇ ਰਸਤੇ ਤੋਂ ਬਾਅਦ ਆਪਾਂ ਇੱਕ ਕਬੀਲੇ ਦੇ ਵਿੱਚ ਪਹੁੰਚੇ। 8-9 ਤੰਬੂ ਲੱਗੇ ਹੋਏ ਸੀ, ਚੁੱਲ੍ਹੇ ਜਲਦੇ ਪਏ ਸੀ ਤੇ ਉਹਨਾਂ ਦੀਆਂ ਔਰਤਾਂ ਖਾਣਾ ਪਾਣੀ ਬਣਾ ਰਹੀਆਂ ਸੀ। ਸਾਨੂੰ ਦੇਖ ਕੇ ਲੋਕ ਉੱਥੇ ਇਕੱਠੇ ਹੋਏ ਤੇ ਸਰਦਾਰ ਜੀ ਕਹਿਣ ਲੱਗੇ। ਸਾਨੂੰ ਇੱਕ ਵੱਖਰੇ ਤੰਬੂ ਦੇ ਵਿੱਚ ਰੱਖਿਆ ਗਿਆ। ਸਾਨੂੰ ਭੁੱਖ ਤਾਂ ਲੱਗੀ ਸੀ, ਪਰ ਆਪਾਂ ਬਾਹਰ ਦੇਖਿਆ ਸੀ ਕਿ ਉਹਨਾਂ ਦਾ ਭੋਜਨ ਜ਼ਿਆਦਾਤਰ ਮਾਸਾਹਾਰੀ ਸੀ। ਕੁਝ ਸਮੇਂ ਬਾਅਦ ਉਹ ਨੌਜਵਾਨ ਆਪਣੀ ਮਾਂ ਦੇ ਨਾਲ ਸਾਡੇ ਲਈ ਕੁਝ ਖਾਣ ਦੇ ਲਈ ਲੈ ਕੇ ਆਇਆ। ਆਪਾਂ ਉਹਨਾਂ ਨੂੰ ਕਿਹਾ ਕਿ ਆਪਾਂ ਤਾਂ ਮਾਸਾਹਾਰੀ ਨਹੀਂ ਹਾਂ। ਉਸ ਲੜਕੇ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਸਿੱਖ ਹੋ, ਤੁਸੀਂ ਮਾਸ ਨਹੀਂ ਖਾਂਦੇ, ਇਸ ਲਈ ਤੁਹਾਡੇ ਲਈ ਆਪਾਂ ਅਲੱਗ ਖਾਣਾ ਬਣਾ ਕੇ ਲਿਆਏ ਹਾਂ। ਮੈਂ ਬਹੁਤ ਹੈਰਾਨ ਹੋਇਆ ਕਿ ਉਹ ਇੱਕ ਕਬੀਲੇ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਸਭ ਕੁਝ ਕਿਵੇਂ ਜਾਣਦਾ ਹੈ। ਆਪਾਂ ਰੋਟੀ ਖਾਧੀ ਤਾਂ ਐਨੇ ਨੂੰ ਹੋਰ ਵੀ ਲੋਕ ਉੱਥੇ ਆ ਕੇ ਬੈਠ ਗਏ। ਨੌਜਵਾਨ ਨੇ ਕਿਹਾ ਕਿ ਤੁਸੀਂ ਸਾਡੇ ਕਬੀਲੇ ਦੇ ਵਿੱਚ ਆਏ ਹੋ, ਆਪਾਂ ਲੋਕ ਬਹੁਤ ਖੁਸ਼ ਹਾਂ। ਇਸ ਲਈ ਸਾਡੇ ਕਬੀਲੇ ਦੇ ਲੋਕਾਂ ਨੂੰ ਇੰਜ ਲੱਗ ਰਿਹਾ ਹੈ ਕਿ ਸਦੀਆਂ ਬਾਅਦ ਨਾਨਕ ਲਾਂਬਾ ਸਾਡੇ ਕਬੀਲੇ ਦੇ ਵਿੱਚ ਪਧਾਰੇ ਹਨ। ਇਹ ਗੱਲ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਕਿ ਨਾਨਕ ਲਾਂਬਾ ਆਪਾਂ ਸੁਣਿਆ ਤਾਂ ਸੀ, ਪਰ ਉਸ ਦੀ ਸੱਚਾਈ ਬਾਰੇ ਨਹੀਂ ਜਾਣ ਸਕੇ। ਲੇਹ ਲਦਾਖ ਚੀਨ ਦੇ ਇਲਾਕਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਨਾਨਕ ਲਾਂਬਾ ਕਹਿ ਕੇ ਬੁਲਾਇਆ ਜਾਂਦਾ ਹੈ। ਉਸ ਲੜਕੇ ਨੇ ਦੱਸਿਆ ਕਿ ਸਾਡਾ ਕਬੀਲਾ ਬਹੁਤ ਹੀ ਪ੍ਰਾਚੀਨ ਹੈ। ਸਾਡੇ ਬਜ਼ੁਰਗ ਦੱਸਿਆ ਕਰਦੇ ਸੀ ਕਿ ਗੁਰੂ ਨਾਨਕ ਸਾਹਿਬ ਆਪਣੀ ਉਦਾਸੀਆਂ ਦੇ ਸਮੇਂ ਸਾਡੇ ਕਬੀਲੇ ਦੇ ਵਿੱਚ ਆਏ ਸੀ ਤੇ ਸਾਡੇ ਕਬੀਲੇ ਨੂੰ ਇਲਾਹੀ ਫਰਮਾਨ ਦਿੱਤੇ ਸੀ। ਉਹਨਾਂ ਸਮਿਆਂ ਦੇ ਵਿੱਚ ਦੁੱਧ ਤੇ ਭੇਡਾਂ ਤੋਂ ਹੀ ਸਾਡਾ ਕਾਰੋਬਾਰ ਚੱਲਿਆ ਕਰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਕਿਸੇ ਬਿਮਾਰੀ ਕਾਰਨ ਉਹਨਾਂ ਦੇ ਪਸ਼ੂ ਮਰ ਜਾਂਦੇ ਸੀ, ਪਰ ਗੁਰੂ ਨਾਨਕ ਲਾਂਬਾ ਦੀ ਕਿਰਪਾ ਦੇ ਨਾਲ ਇਹ ਬਿਮਾਰੀ ਦੂਰ ਹੋਈ ਤੇ ਉਹਨਾਂ ਨੇ ਰਾਤ ਸਮੇਂ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਇਸ ਬਿਮਾਰੀ ਨੂੰ ਦੂਰ ਕੀਤਾ ਸੀ। ਉਦੋਂ ਤੋਂ ਹੀ ਸਾਡਾ ਕਬੀਲਾ ਗੁਰੂ ਸਾਹਿਬ ਦੀ ਕਿਰਪਾ ਨੂੰ ਯਾਦ ਰੱਖਦਾ ਹੈ। ਪਰ ਬਾਅਦ ਦੇ ਵਿੱਚ ਕਬੀਲੇ ਵੰਡੇ ਗਏ ਤੇ ਗੁਰੂ ਨਾਨਕ ਸਾਹਿਬ ਦੀ ਯਾਦ ਵੀ ਫਿੱਕੀ ਹੁੰਦੀ ਗਈ। ਹੁਣ ਸਾਡੇ ਕਬੀਲੇ ਦੇ ਕੁਝ ਘਰਾਂ ਦੇ ਵਿੱਚ ਹੀ ਗੁਰੂ ਨਾਨਕ ਲਾਂਬਾ ਦੀ ਯਾਦ ਤਾਜ਼ਾ ਹੈ। ਫਿਰ ਉਸ ਨੌਜਵਾਨ ਨੇ ਕਿਹਾ ਕਿ ਆਪਾਂ ਇਸ ਇਲਾਕੇ 'ਚੋਂ ਕਦੀ ਬਾਹਰ ਨਹੀਂ ਗਏ ਤੇ ਨਾ ਹੀ ਕਦੇ ਸਰਦਾਰ ਸਿੱਖਾਂ ਦੇ ਨਾਲ ਰਾਬਤਾ ਕਾਇਮ ਹੋਇਆ, ਪਰ ਅੱਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਸਾਨੂੰ ਇੱਕ ਸਿੱਖ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਲਈ ਸਾਡਾ ਕਬੀਲਾ ਬਹੁਤ ਖੁਸ਼ ਹੈ। ਹੁਣ ਇਹ ਸਭ ਕੁਝ ਸੁਣ ਕੇ ਮੈਂ ਉੱਥੇ ਕੀ ਬੋਲ ਸਕਦਾ ਸੀ। ਮੇਰੇ ਕੋਲ ਕੋਈ ਸ਼ਬਦ ਨਹੀਂ ਸਨ। ਸਾਡੇ ਬਾਬੇ ਦੀਆਂ ਰਹਿਮਤਾਂ ਕਿੱਥੇ-ਕਿੱਥੇ ਵਰਤ ਰਹੀਆਂ ਨੇ, ਆਪਾਂ ਅੰਦਾਜ਼ਾ ਤੱਕ ਨਹੀਂ ਲਗਾ ਸਕਦੇ।
ਉਹਨਾਂ ਦੀਆਂ ਰਹਿਮਤਾਂ ਦੇ ਨਾਲ ਸਾਨੂੰ ਹਰ ਜਗ੍ਹਾ ਦੇ ਉੱਤੇ ਮਾਣ ਸਤਿਕਾਰ ਮਿਲ ਰਿਹਾ ਹੈ, ਉੱਥੇ ਵੀ ਜਿੱਥੇ ਸਾਨੂੰ ਕੋਈ ਜਾਣਦਾ ਤੱਕ ਨਹੀਂ, ਸਿਰਫ ਅਤੇ ਸਿਰਫ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਰਕੇ। ਅਗਲੇ ਦਿਨ ਉਸ ਨੌਜਵਾਨ ਨੇ ਸਾਡੀ ਬਾਈਕ ਮਕੈਨਿਕ ਤੱਕ ਪਹੁੰਚਾਈ ਤੇ ਕਬੀਲੇ ਨੇ ਸਾਨੂੰ ਰਸਤੇ ਦੇ ਵਿੱਚ ਖਾਣ ਪੀਣ ਦੇ ਲਈ ਕੁਝ ਸਮਾਨ ਦਿੱਤਾ। ਅੱਜ ਵੀ ਉਹ ਮਾਣ ਸਤਿਕਾਰ ਮੈਂ ਭੁੱਲ ਨਹੀਂ ਸਕਿਆ ਜੋ ਬਾਬੇ ਨਾਨਕ ਕਰਕੇ ਸਾਨੂੰ ਮਿਲਿਆ ਹੈ। ਇੱਥੇ ਕੁਝ ਕਾਰਨਾਂ ਕਰਕੇ ਸਾਡਾ ਇਤਿਹਾਸ ਅਲੋਪ ਹੋ ਰਿਹਾ ਹੈ। ਸਾਨੂੰ ਲੋੜ ਹੈ ਇਸ ਨੂੰ ਮੁੜ ਕੇ ਉਜਾਗਰ ਕਰਨ ਦੀ, ਪਰ ਆਪਾਂ ਲੋਕ ਤਾਂ ਆਪਣੇ ਹੀ ਕੰਮਾਂ ਦੇ ਵਿੱਚ ਉਲਝੇ ਫਿਰਦੇ ਹਾਂ।